ਹੈਲੋ ਸਟੂਡੈਂਟਸ, ਵੈਲਕਮ ਟੂ ਓਰੀਜਨ ਇੰਸਟੀਚਿਊਟ। ਅੱਜ ਆਪਾਂ ਨੈਕਸਟ ਟੌਪਿਕ ਦੀ ਗੱਲ ਕਰਾਂਗੇ ਕਪੈਸਿਟੈਂਸ ਆਫ ਪੈਰਲਲ ਪਲੇਟ ਕਪੈਸਿਟਰ ਦੀ। ਹੁਣ ਕਪੈਸਿਟਰ ਤੁਸੀਂ ਆਲਰੇਡੀ ਪੜ੍ਹ ਰੱਖਿਆ ਕੀ ਹੁੰਦਾ। ਆਪਣੇ ਕੋਲ ਇਦਾਂ ਦਾ ਅਰੇਂਜਮੈਂਟ ਹੁੰਦਾ ਕਿ ਤਾਂ ਪਲੇਟਸ ਆ ਜਿਹਦੇ ਨਾਲ ਆਪਣੇ ਕੋਲ ਆਪਾਂ ਕਰ ਕੀ ਸਕਦੇ ਹਾਂ, ਜ਼ਿਆਦਾ ਤੋਂ ਜ਼ਿਆਦਾ ਚਾਰਜ ਨੂੰ ਛੋਟੀ ਜਗ੍ਹਾ ਦੇ ਵਿੱਚ ਕੀ ਕਰ ਸਕਦੇ ਆਪਾਂ ਸਟੋਰ ਕਰ ਸਕਦੇ ਹਾਂ। ਸੋ ਮੈਂ ਕੀ ਕਰਿਆ, ਇੱਕ ਪੈਰਲਲ ਪਲੇਟ ਕਪੈਸਿਟਰ ਕੀ ਕਰਿਆ ਕੰਸੀਡਰ ਕਰਿਆ, ਜਿਹਦੇ ਵਿੱਚ ਦੋ ਪਲੇਟਸ ਆ। ਲੈਟ ਪਲੇਟ 1 ਐਂਡ ਪਲੇਟ ਕੀ ਹੈਗੀ ਆਪਣੇ ਕੋਲ 2। ਹੁਣ ਪਲੇਟ 1 ਨੂੰ ਜਦੋਂ ਮੈਂ ਕੀ ਦਊਂਗਾ, ਪੋਜ਼ੀਟਿਵ ਜਿਹੜਾ ਹੈਗਾ ਚਾਰਜ ਕੀ ਕਰੂੰਗਾ, ਸਪਲਾਈ ਕਰੂੰਗਾ। ਦੈਨ ਡਿਊ ਟੂ ਇੰਡਕਸ਼ਨ ਕੀ ਹੋਊਗਾ, ਜੋ ਪਲੇਟ ਸੈਕਿੰਡ ਹੈਗੀ ਉਹਦੇ ਉੱਪਰ ਕੀ ਹੋਊਗਾ, ਨੈਗੇਟਿਵ ਚਾਰਜ ਅਲੱਗ ਹੋ ਜਾਏਗਾ, ਪੋਜ਼ੀਟਿਵ ਚਾਰਜ ਕੀ ਹੋ ਜਾਏਗਾ, ਅਲੱਗ ਹੋ ਜਾਏਗਾ। ਹੁਣ ਕਿਉਂਕਿ ਇਹਨੂੰ ਆਪਾਂ ਅਰਥ ਕਰ ਰੱਖਿਆ, ਸੋ ਜਿਹੜਾ ਪੋਜ਼ੀਟਿਵ ਚਾਰਜ ਹੋ ਜਾਏਗਾ ਉਹ ਕੀ ਹੋਊਗਾ ਆਪਣੇ ਕੋਲ ਅਰਥ ਜਿਹੜਾ ਹੈਗਾ, ਕਿਉਂਕਿ ਆਪਾਂ ਕਰ ਰੱਖਿਆ ਦੈਨ ਉਹ ਕੀ ਕਰ ਜਾਊਗਾ, ਫ੍ਰੀ ਹੋਊਗਾ ਆਪਣੇ ਕੋਲ ਮੂਵ ਕਰਨ ਵਾਸਤੇ ਅਰਥ ਦੇ ਵਿੱਚ। ਸੋ ਇਹਦੇ ਉੱਪਰ ਕੀ ਰਹਿ ਜਾਊਗਾ, ਨੈਗੇਟਿਵ ਜਿਹੜਾ ਹੈਗਾ ਚਾਰਜ ਆਪਣੇ ਕੋਲ ਰਹਿ ਜਾਊਗਾ। ਹੁਣ ਇਹ ਜਿਹੜਾ ਨੈਗੇਟਿਵ ਚਾਰਜ ਹੁੰਦਾ ਹੈ ਕੀ ਕਰਦਾ, ਇਹਦੀ ਪੋਟੈਂਸ਼ੀਅਲ ਨੂੰ ਡਿਕਰੀਜ਼ ਕਰਦਾ। ਪੋਟੈਂਸ਼ੀਅਲ ਨੂੰ ਡਿਕਰੀਜ਼ ਕਰਦਾ ਮਤਲਬ ਪੋਜ਼ੀਟਿਵ ਚਾਰਜ ਨੂੰ ਕੀ ਕਰ ਰਿਹਾ ਹੈ, ਨਿਊਟਰਲਾਈਜ਼ ਕਰ ਰਿਹਾ। ਸੋ ਇਹਨੂੰ ਆਪਾਂ ਹੋਰ ਜ਼ਿਆਦਾ ਪੋਜ਼ੀਟਿਵ ਚਾਰਜ ਦੇ ਸਕਦੇ ਹਾਂ, ਜਿਹਦੇ ਨਾਲ ਇਹਦੀ ਕਪੈਸਿਟੈਂਸ ਕੀ ਹੁੰਦੀ ਹੈ ਆਪਣੇ ਕੋਲ ਇਨਕਰੀਜ਼ ਹੁੰਦੀ ਹੈ। ਛੇਤੀ ਆਲਰੇਡੀ ਕੀ ਹੈ ਪੜ੍ਹ ਰੱਖੀ ਹੈ। ਸੋ ਅੱਜ ਆਪਣੇ ਕੋਲ ਆਪਾਂ ਗੱਲ ਕਰਾਂਗੇ ਕਪੈਸਿਟੈਂਸ ਜਿਹੜੀ ਹੈਗੀ ਕੈਲਕੂਲੇਟ ਕਰਨੀ ਹੈ ਆਪਾਂ ਪੈਰਲਲ ਪਲੇਟ ਕਪੈਸਿਟਰ ਦੀ। ਸੋ ਕੰਸੀਡਰ ਕਰਿਆ ਆਪਣੇ ਕੋਲ ਦੋ ਪਲੇਟਸ ਹੈ, ਪਲੇਟ 1 ਐਂਡ ਪਲੇਟ 2, ਜਿੱਦਾਂ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕਾ। ਸੋ ਪਲੇਟ 1 ਦੇ ਉੱਪਰ ਆਪਾਂ ਪਲੱਸ ਕਿਊ ਚਾਰਜ ਕੀ ਕਰ ਰਹੇ ਹਾਂ, ਸਪਲਾਈ ਕਰ ਰਹੇ ਹਾਂ। ਸੋ ਇਹਦੀ ਆਪਣੇ ਕੋਲ ਆਪਾਂ ਕੀ ਕਰਦੇ ਹਾਂ, ਸਰਫੇਸ ਚਾਰਜ ਡੈਂਸਿਟੀ ਜਿਹੜੀ ਹੈਗੀ ਕੰਸੀਡਰ ਕਰਦੇ ਹਾਂ। ਲੈਟ ਆਪਣੇ ਕੋਲ ਸਰਫੇਸ ਚਾਰਜ ਡੈਂਸਿਟੀ ਦੀ ਕਿੰਨੀ ਹੈਗੀ ਹੈ, ਪਲੱਸ ਸਿਗਮਾ। ਸਰਫੇਸ ਚਾਰਜ ਡੈਂਸਿਟੀ ਦੀ ਆਲਰੇਡੀ ਪੜ੍ਹ ਰੱਖੀ ਹੈ, ਤਿੰਨ ਤਰ੍ਹਾਂ ਦੀ ਆਪਣੇ ਕੋਲ ਆਪਾਂ ਪੜ੍ਹੀ ਸੀਗੀ। ਜਦੋਂ ਆਪਣੇ ਕੋਲ ਆਪਾਂ ਕੀ ਕਰਦੇ ਹਾਂ, ਸਰਫੇਸ ਦੇ ਉੱਪਰ ਜਿਹੜਾ ਹੈਗਾ ਚਾਰਜ ਨੂੰ ਡਿਸਟਰੀਬਿਊਟ ਕਰਦੇ ਉਹਨੂੰ ਸਿਗਮਾ ਨਾਲ ਡਿਨੋਟ ਕਰਦੇ ਹੁੰਦੇ ਆਪਾਂ। ਜਦੋਂ ਆਪਾਂ ਵੋਲੀਅਮ ਦੇ ਉੱਪਰ ਚਾਰਜ ਨੂੰ ਡਿਸਟਰੀਬਿਊਟ ਕਰਦੇ ਉਹਨੂੰ ਵੋਲੀਅਮ ਚਾਰਜ ਡੈਂਸਿਟੀ ਬੋਲ ਦਿੰਦੇ, ਉਹਨੂੰ ਰੋ ਨਾਲ ਆਪਣੇ ਕੋਲ ਆਪਾਂ ਡਿਨੋਟ ਕਰਦੇ ਹਾਂ। ਐਂਡ ਜਦੋਂ ਆਪਣੇ ਕੋਲ ਆਪਾਂ ਲਾਈਨ ਦੇ ਲੌਂਗ ਚਾਰਜ ਨੂੰ ਡਿਸਟਰੀਬਿਊਟ ਕਰਦੇ ਦੈਨ ਉਹਦੇ ਵਾਸਤੇ ਆਪਣੇ ਕੋਲ ਕੀ ਯੂਜ਼ ਕਰਦੇ ਆਪਾਂ, ਲੈਮਡਾ ਯੂਜ਼ ਕਰਦੇ ਹਾਂ। ਲੀਨੀਅਰ ਚਾਰਜ ਡਿਸਟਰੀਬਿਊਸ਼ਨ ਜਾਂ ਲੀਨੀਅਰ ਚਾਰਜ ਡੈਂਸਿਟੀ ਬੋਲਦੇ। ਸੋ ਕਿਉਂਕਿ ਇੱਥੇ ਆਪਾਂ ਦੋ ਪਲੇਟਸ ਆ, ਦੇਖੋ ਸੀ ਦੋ ਪਲੇਟਸ ਹੈ, ਦੋਨੋਂ ਨੂੰ ਇੱਕ ਦੂਸਰੇ ਦੇ ਕੀ ਕਰ ਰੱਖਿਆ ਆਪਾਂ, ਪੈਰਲਲ ਪਲੇਸ ਕਰ ਰੱਖਿਆ। ਸੋ ਇੱਥੇ ਆਪਣੇ ਕੋਲ ਕੀ ਆਪਣਾ ਸਰਫੇਸ ਹੋਊਗਾ, ਯਾਦ ਹੋਊਗਾ ਅਗਰ ਤੁਹਾਨੂੰ ਆਪਣਾ ਲਾਸਟ ਟੌਪਿਕ ਜਿਹੜਾ ਹੈਗਾ ਆਪਾਂ ਕਰਿਆ ਸੀਗਾ, ਉਹਦੇ ਵਿੱਚ ਇਹੀ ਗੱਲ ਕਰੀ ਸੀ ਕਿ ਦੋ ਪਲੇਟ ਸੀਗੀਆਂ, ਇੱਕ ਦੇ ਉੱਪਰ ਕੀ ਸੀਗਾ ਆਪਣੇ ਕੋਲ ਪਲੱਸ ਚਾਰਜ ਸੀਗਾ, ਇੱਕ ਦੇ ਉੱਪਰ ਕੀ ਸੀਗਾ ਮਾਈਨਸ ਚਾਰਜ ਸੀ। ਦੋਨੋਂ ਨੂੰ ਆਪਣੇ ਕੋਲ ਆਪਾਂ ਕੀ ਕਰਿਆ ਸੀਗਾ, ਦੋਨਾਂ ਨੂੰ ਇੱਕ ਦੂਸਰੇ ਦੇ ਪੈਰਲਲ ਪਲੇਸ ਕਰਿਆ ਸੀ। ਤਿੰਨ ਰੀਜਨ ਵੀ ਆਪਾਂ ਕੰਸੀਡਰ ਕਰੇ ਸੀ, 1 2 ਐਂਡ 3। ਤਿੰਨੋਂ ਰੀਜਨਸ ਦੇ ਵਿੱਚ ਅਲੱਗ-ਅਲੱਗ ਆਪਾਂ ਕੀ ਕਰੀ ਸੀਗੀ, ਇਲੈਕਟ੍ਰਿਕ ਫੀਲਡ ਇੰਟੈਂਸਿਟੀ ਵੀ ਫਾਈਂਡ ਆਊਟ ਕਰੀ ਸੀ। ਕਲੀਅਰ ਹੋ ਗਿਆ। ਸੋ ਉਸ ਦੇ ਰਿਲੇਟਡ ਹੀ ਟੌਪਿਕ ਹੈ। ਇਹ 'ਚ ਵੀ ਆਪਣੇ ਕੋਲ ਦੋ ਪਲੇਟਸ ਆਪਾਂ ਕੰਸੀਡਰ ਕਰੀਏ, ਇੱਕ ਪਲੇਟ ਆਹ ਵਾਲੀ ਹੈ, ਇੱਕ ਪਲੇਟ ਆਪਣੇ ਕੋਲ ਕੀ ਹੈਗੀ ਆਹ ਵਾਲੀ। ਦੋਨੋਂ ਨੂੰ ਇੱਕ ਦੂਸਰੇ ਦੇ ਆਪਾਂ ਕੀ ਕਰ ਰੱਖਿਆ, ਪੈਰਲਲ ਪਲੇਸ ਕਰ ਰੱਖਿਆ। ਇੱਕ ਦੇ ਉੱਪਰ ਪਲੱਸ ਚਾਰਜ ਹੈ, ਇੱਕ ਦੇ ਉੱਪਰ ਕੀ ਹੈਗਾ ਆਪਣੇ ਕੋਲ ਮਾਈਨਸ ਚਾਰਜ। ਹੁਣ ਦੇਖੋ ਇਹਦੇ ਉੱਪਰ ਪਲੱਸ ਚਾਰਜ ਹੈ, ਇਹਦੇ ਉੱਪਰ ਮਾਈਨਸ ਚਾਰਜ ਹੈ। ਸੋ ਇੱਧਰ ਆਪਣੇ ਕੋਲ ਇਲੈਕਟ੍ਰਿਕ ਫੀਲਡ ਕੀ ਕਰੂਗਾ, ਐਗਜ਼ਿਸਟ ਕਰੂਗਾ ਪਲੱਸ ਟੂ ਮਾਈਨਸ। ਸੋ ਜੋ ਇਲੈਕਟ੍ਰਿਕ ਫੀਲਡ ਐਗਜ਼ਿਸਟ ਕਰ ਰਿਹਾ ਉਹ ਕੀ ਹੈਗਾ ਆਪਣੇ ਕੋਲ ਈ ਨੋਟ। ਨॉट मैं क्यों कंसीडर करें, क्योंकि सपोज करो अपने जो स्पेस हैगी है दोनों प्लेट्स के विचकार वो कि अपने को खाली है वैक्यूम। वैक्यूम ਲਈ मैं इतने की है जो इलैक्ट्रिक फील्ड एग्जिस्ट कर रहे हैं मैं की कर रहे ई नॉट ਜਿਹੜਾ ਹੈਗਾ ਕੰਸੀਡਰ ਕਰ। ਸਪੋਜ਼ ਜੋ ਦੋ ਪਲੇਟਸ ਹੈਗੀਆਂ ਦੋਨਾਂ ਦੇ ਵਿਚਕਾਰ ਆਪਣੇ ਕੋਲ ਡਿਸਟੈਂਸ ਕੀ ਹੈਗਾ, ਸਮਾਲ ਡੀ ਇਹਨਾਂ ਦੋਨਾਂ ਦੇ ਪਲੇਟਸ ਦੇ ਵਿਚਕਾਰ ਕੀ ਹੈਗਾ ਡਿਸਟੈਂਸ। ਨਾਓ ਕਿਉਂਕਿ ਦੋ ਪਲੇਟਸ ਹੈ, ਦੋਨਾਂ ਦਾ ਸਰਫੇਸ ਆਪਣੇ ਕੋਲ ਕੀ ਐਗਜ਼ਿਸਟ ਕਰਦਾ ਪਿਆ, ਸੋ ਉਹਦਾ ਕੀ ਹੈ ਕੋਈ ਨਾ ਕੋਈ ਏਰੀਆ ਵੀ ਹੋਊਗਾ। ਸਪੋਜ਼ ਆਪਣੇ ਕੋਲ ਲੈਂਥ ਐਲ ਹੈ, ਬ੍ਰੈਡਥ ਕੀ ਹੈਗੀ ਆਪਣੇ ਕੋਲ ਬੀ ਹੈ, ਸੋ ਇਹਦਾ ਏਰੀਆ ਵੀ ਕੀ ਕਰੂਗਾ ਐਗਜ਼ਿਸਟ ਕਰੂਗਾ। ਸੋ ਕੰਸੀਡਰ ਦੋਨੋਂ ਪਲੇਟਸ ਜੋ ਹੈਗੀਆਂ ਉਹਦਾ ਏਰੀਆ ਕਿੰਨਾ ਹੈਗਾ ਆਪਣੇ ਕੋਲ, ਕੈਪੀਟਲ ਏ ਜਿਹੜਾ ਹੈਗਾ ਉਹਨਾਂ ਦਾ ਕੀ ਹੈਗਾ ਆਪਣੇ ਕੋਲ ਏਰੀਆ। ਕਲੀਅਰ ਹੋ ਗਿਆ। ਨਾਓ ਆਪਾਂ ਕੀ ਕੈਲਕੂਲੇਟ ਕਰਨਾ, ਕਪੈਸਿਟੈਂਸ ਆਫ ਪੈਰਲਲ ਪਲੇਟ ਕਪੈਸਿਟਰ ਕੀ ਕਰਨੀ ਹੈ, ਕੈਲਕੂਲੇਟ ਕਰਨੀ ਹੈ। ਵੀ ਨੋ ਕਪੈਸਿਟੈਂਸ ਜੋ ਹੁੰਦੀ ਹੈ ਉਹ ਹੁੰਦੀ ਕਿਹਦੇ ਕੋਲ ਆਪਣੇ ਕੋਲ ਚਾਰਜ ਪਾਉਣ ਕੀ ਹੁੰਦੀ ਹੈ, ਪੋਟੈਂਸ਼ੀਅਲ ਹੁੰਦੀ ਹੈ। ਹੁਣ ਦੇਖੋ ਅਗਰ ਆਪਾਂ ਕਪੈਸਿਟੈਂਸ ਕੈਲਕੂਲੇਟ ਕਰਨੀ ਹੈ ਸੋ ਆਪਣੇ ਕੋਲ ਦੋ ਚੀਜ਼ਾਂ ਚਾਹੀਦੀਆਂ, ਇੱਕ ਤਾਂ ਕੀ ਚਾਹੀਦਾ ਆਪਣੇ ਕੋਲ ਚਾਰਜ, ਦੂਸਰੀ ਚੀਜ਼ ਕੀ ਚਾਹੀਦੀ ਹੈ ਆਪਣੇ ਕੋਲ ਪੋਟੈਂਸ਼ੀਅਲ ਚਾਹੀਦੀ ਹੈ। ਨੋ ਚਾਰਜ ਨੂੰ ਆਪਾਂ ਕਿਤੋਂ ਕੈਲਕੂਲੇਟ ਕਰਾਂਗੇ, ਹੁਣ ਦੇਖੋ ਤੁਹਾਨੂੰ ਪਤਾ ਕਿਉਂਕਿ ਆਪਣੇ ਕੋਲ ਆਪਾਂ ਕੀ ਲਈਏ ਸਰਫੇਸ ਚਾਰਜ ਡੈਂਸਿਟੀ ਜਿਹੜੀ ਹੈਗੀ ਉਹ ਕੀ ਲਈਏ ਆਪਣੇ ਕੋਲ ਸਿਗਮਾ ਲਈਏ। ਵੀ ਨੋ ਸਿਗਮਾ ਇਜ਼ ਇਕਲ ਟੂ ਕੀ ਹੁੰਦਾ, ਚਾਰਜ ਅਪੌਨ ਕੀ ਹੁੰਦਾ ਆਪਣੇ ਕੋਲ ਏਰੀਆ। ਇਹ ਤੋਂ ਆਪਾਂ ਚਾਰਜ ਕੀ ਕਰ ਸਕਦੇ ਕੈਲਕੂਲੇਟ ਕਰ ਸਕਦੇ। ਸੋ ਚਾਰਜ ਕਿਹਦੇ ਕੋਲ ਆ ਜਾਊਗਾ ਆਪਣੇ ਕੋਲ ਸਿਗਮਾ ਇੰਟੂ ਕੀ ਆ ਜਾਊਗਾ ਆਪਣੇ ਕੋਲ ਏਰੀਆ ਏ ਆ ਜਾਊਗਾ। ਕਲੀਅਰ ਹੋ ਗਈ ਜੀ। ਨਾਓ ਅਗਰ ਆਪਣੇ ਕੋਲ ਆਪਾਂ ਗੱਲ ਕਰੀਏ ਹੁਣ ਪੋਟੈਂਸ਼ੀਅਲ ਦੀ, ਹੁਣ ਇਹ ਤਾਂ ਆਪਣੀ ਗੱਲ ਹੋ ਗਈ ਕਿਹਦੀ ਚਾਰਜ ਦੀ। ਹੁਣ ਚਾਰਜ ਤਾਂ ਆਪਣੇ ਕੋਲ ਇਹ ਤੋਂ ਆਪਾਂ ਕੀ ਕਰ ਲਿਆ ਕੈਲਕੂਲੇਟ ਕਰ ਲਿਆ। ਹੁਣ ਨੈਕਸਟ ਆਪਾਂ ਨੂੰ ਕੀ ਚੀਜ਼ ਚਾਹੀਦੀ ਹੈ, ਪੋਟੈਂਸ਼ੀਅਲ ਚਾਹੀਦੀ ਹੈ ਕਪੈਸਿਟੈਂਸ ਨੂੰ ਕੈਲਕੂਲੇਟ ਕਰਨ ਵਾਸਤੇ। ਸੋ ਅਗਰ ਤੁਹਾਨੂੰ ਯਾਦ ਹੋਊਗਾ ਆਪਾਂ ਲਾਸਟ ਜੋ ਟੌਪਿਕ ਦੀ ਗੱਲ ਕਰੀ ਸੀਗੀ ਜਿਹਦੇ ਵਿੱਚ ਆਪਣੇ ਕੋਲ ਆਪਾਂ ਕੀ ਕਰਿਆ ਸੀਗਾ, ਦੋ ਪਲੇਟਸ ਨੂੰ ਇੱਕ ਦੂਸਰੇ ਦੇ ਪੈਰਲਲ ਕੀ ਕਰਿਆ ਸੀਗਾ ਪਲੇਸ ਕਰਿਆ ਸੀ। ਤਿੰਨ ਰੀਜਨਸ ਆਪਾਂ ਕੰਸੀਡਰ ਕਰੇ ਸੀ 1 2 ਐਂਡ 3। ਅਗਰ
ਤੁਹਾਨੂੰ ਜਿਹੜਾ ਹੈਗਾ ਚੰਗੀ ਤਰ੍ਹਾਂ ਯਾਦ ਹੈਗਾ, ਉਹਦੇ ਵਿੱਚ ਆਪਣੇ ਕੋਲ ਆਪਾਂ ਕੀ ਗੱਲ ਕਰੀ ਸੀ, ਅਗਰ ਇੱਕ ਪਲੇਟ ਦੇ ਉੱਪਰ ਸਰਫੇਸ ਚਾਰਜ ਡੈਂਸਿਟੀ ਕੀ ਹੈਗੀ ਆ ਪਲੱਸ ਸਿਗਮਾ, ਇੱਕ ਦੇ ਉੱਪਰ ਕੀ ਹੈਗੀ ਆਪਣੇ ਕੋਲ ਮਾਈਨਸ ਸਿਗਮਾ, ਸਪੈਸ਼ਲ ਕੇਸ ਜੋ ਆਪਾਂ ਕਰਿਆ ਸੀਗਾ। ਦੈਨ ਉਹਦੇ ਵਾਸਤੇ ਆਪਾਂ ਗੱਲ ਕਰੀ ਸੀਗੀ ਜੋ ਲੈਫਟ ਸਾਈਡ ਤੇ ਰਾਈਟ ਸਾਈਡ ਦੋਨੋਂ ਵਾਸਤੇ ਆਪਣੇ ਕੋਲ ਕੀ ਸੀਗਾ, ਲੈਫਟ ਸਾਈਡ ਵੀ ਕੀ ਸੀਗੀ ਆਪਣੇ ਕੋਲ ਇਲੈਕਟ੍ਰਿਕ ਫੀਲਡ ਇੰਟੈਂਸਿਟੀ 0, ਰਾਈਟ ਸਾਈਡ ਵੀ ਕੀ ਹੁੰਦੀ ਹੈ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਕੀ ਹੁੰਦੀ ਹੈ ਆਪਣੇ ਕੋਲ 0 ਹੁੰਦੀ ਹੈ। ਵਿਚਕਾਰ ਆਪਣੇ ਕੋਲ ਇਲੈਕਟ੍ਰਿਕ ਫੀਲਡ ਕੀ ਕਰਦਾ ਹੁੰਦਾ, ਐਗਜ਼ਿਸਟ ਕਰਦਾ ਹੁੰਦਾ। ਉਹ ਇਲੈਕਟ੍ਰਿਕ ਫੀਲਡ ਆਪਣੇ ਕੋਲ ਕਿਹਦੇ ਇਕੁਅਲ ਜਿਹੜਾ ਹੈਗਾ ਆਪਣੇ ਕੋਲ ਐਗਜ਼ਿਸਟ ਕਰਦਾ ਹੁੰਦਾ, E ਇਜ਼ ਇਕਲ ਟੂ ਕੀ ਸੀਗਾ ਆਪਣਾ ਸਿਗਮਾ ਬਾਈ ਐਪਸਾਈਲਨ ਨੋਟ। ਅਗਰ ਯਾਦ ਹੈਗਾ ਤੁਹਾਨੂੰ ਕਲੀਅਰ ਹੋ ਗਈ ਚੀਜ਼। ਹੁਣ ਇਹਦੀ ਆਪਾਂ ਨੂੰ ਕੀ ਹੈ ਅੱਗੇ ਲੋਡ ਪਊਗੀ, ਤਾਂ ਕਰਕੇ ਮੈਂ ਲਿਖ ਰਿਹਾ। ਸੋ ਇਹਦਾ ਇਲੈਕਟ੍ਰਿਕ ਫੀਲਡ ਹੈ ਜੋ ਦੋਨੋਂ ਪਲੇਟਸ ਦੇ ਵਿਚਕਾਰ ਜੋ ਆਪਣਾ ਕੀ ਕਰ ਰਿਹਾ ਐਗਜ਼ਿਸਟ ਕਰ ਰਿਹਾ। ਨਾਓ ਹੁਣ ਦੇਖੋ ਆਪਾਂ ਕੀ ਕਰਨੀ ਹੈ, ਪੋਟੈਂਸ਼ੀਅਲ ਜਿਹੜੀ ਹੈਗੀ ਕੈਲਕੂਲੇਟ ਕਰਨੀ ਹੈ। ਅਗਰ ਤੁਹਾਨੂੰ ਪੋਟੈਂਸ਼ੀਅਲ ਗ੍ਰੇਡੀਐਂਟ ਵਾਲਾ ਫਾਰਮੂਲਾ ਕੀ ਹੈ ਯਾਦ ਹੈ, ਦੈਨ ਆਪਣੇ ਕੋਲ ਆਪਾਂ ਪੜ੍ਹਿਆ ਸੀਗਾ ਇਲੈਕਟ੍ਰਿਕ ਫੀਲਡ ਇਜ਼ ਇਕਲ ਟੂ ਕਿਹਦੇ ਹੁੰਦਾ dv ਬਾਈ ਕੀ ਹੁੰਦਾ ਆਪਣੇ ਕੋਲ dx। ਹੁਣ ਇਹ ਕੀ ਸੀਗਾ ਆਪਣੇ ਕੋਲ ਪੋਟੈਂਸ਼ੀਅਲ ਗ੍ਰੇਡੀਐਂਟ ਦਾ ਜਿਹੜਾ ਹੈਗਾ ਫਾਰਮੂਲਾ ਸੀਗਾ। ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਸੀਗਾ ਕਿ ਆਪਣੇ ਕੋਲ ਕੀ ਹੈ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਦੇ ਵਿੱਚ ਜਦੋਂ ਆਪਾਂ ਮੂਵ ਕਰਦੇ ਹਾਂ ਹਮੇਸ਼ਾ ਪੋਟੈਂਸ਼ੀਅਲ ਕੀ ਹੁੰਦੀ ਹੈ ਡਿਕਰੀਜ਼ ਹੁੰਦੀ ਹੈ। ਹੁਣ ਦੇਖੋ ਆਪਾਂ ਕੀ ਕਰਨਾ, ਪੋਟੈਂਸ਼ੀਅਲ ਕੀ ਕਰਨੀ ਹੈ ਕੈਲਕੂਲੇਟ ਕਰਨੀ ਹੈ। ਵੀ ਨੋ ਅਗਰ ਇਹ ਤੋਂ ਮੈਂ ਪੋਟੈਂਸ਼ੀਅਲ ਕੈਲਕੂਲੇਟ ਕਰਨੀ ਹੋ ਡੀ ਵੀ ਇਜ਼ ਇਕਲ ਟੂ ਕੀ ਆ ਜਾਏਗਾ E ਇੰਟੂ ਕੀ ਆ ਜਾਏਗਾ ਆਪਣੇ ਕੋਲ ਡੀ ਮਤਲਬ ਡੀ ਕੀ ਹੈਗਾ ਡਿਸਟੈਂਸ ਜਿਹੜਾ ਆਪਣੇ ਕੋਲ ਦੋ ਪਲੇਟਸ ਦੇ ਵਿਚਕਾਰ ਐਗਜ਼ਿਸਟ ਕਰਦਾ। ਨਾ ਇੱਥੇ ਡਿਸਟੈਂਸ ਕਿੰਨਾ ਹੈਗਾ ਆਪਣੇ ਕੋਲ d, ਪੋਟੈਂਸ਼ੀਅਲ ਕਿੰਨੀ ਹੈ ਆਪਣੇ ਕੋਲ v। ਸੋ ਵੀ ਨੋ ਪੋਟੈਂਸ਼ੀਅਲ ਇਜ਼ ਇਕਲ ਟੂ ਕੀ ਹੁੰਦਾ ਇਲੈਕਟ੍ਰਿਕ ਫੀਲਡ ਜੋ ਆਪਣਾ ਕੀ ਕਰ ਰਿਹਾ ਐਗਜ਼ਿਸਟ ਕਰ ਰਿਹਾ, ਕਿੰਨਾ ਐਗਜ਼ਿਸਟ ਕਰ ਰਿਹਾ ਆਪਣੇ ਕੋਲ E ਨੋਟ ਇੰਟੂ ਕੀ ਆ ਜਾਊਗਾ ਆਪਣੇ ਕੋਲ ਜੋ ਡਿਸਟੈਂਸ ਹੈਗਾ, ਡਿਸਟੈਂਸ ਕੀ ਹੈਗਾ ਆਪਣੇ ਕੋਲ d ਬਿਟਵੀਨ ਪਲੇਟਸ। ਕਲੀਅਰ ਹੋ ਗਿਆ। ਨਾਓ ਮੈਂ ਤੁਹਾਨੂੰ ਦੱਸਿਆ ਸੀਗਾ ਉਹੀ, ਅਗਰ ਆਪਣੇ ਕੋਲ ਦੋ ਪਲੇਟਸ ਨੂੰ ਆਪਾਂ ਪੈਰਲਲ ਪਲੇਸ ਕਰਦੇ ਹਾਂ ਲੈਫਟ ਤੇ ਰਾਈਟ ਦੋਨੋਂ ਪਲੇਟਸ 'ਤੇ ਕੀ ਹੁੰਦਾ ਇਲੈਕਟ੍ਰਿਕ ਫੀਲਡ ਹਮੇਸ਼ਾ 0 ਐਂਡ ਵਿਚਕਾਰ ਉਹਨਾਂ ਦੇ ਇਲੈਕਟ੍ਰਿਕ ਫੀਲਡ ਕੀ ਐਗਜ਼ਿਸਟ ਕਰਦਾ ਆਪਣੇ ਕੋਲ ਸਿਗਮਾ ਅਪੋਨ ਕੀ ਹੁੰਦਾ ਆਪਣੇ ਕੋਲ ਐਪਸਾਈਲਨ ਨੋਟ। ਸੋ ਅਗਰ ਮੈਂ ਇਲੈਕਟ੍ਰਿਕ ਫੀਲਡ ਦੀ ਗੱਲ ਕਰਾਂ, ਇਲੈਕਟ੍ਰਿਕ ਫੀਲਡ ਆਪਾਂ ਨੂੰ ਪਤਾ ਕੀ ਹੁੰਦਾ ਸਿਗਮਾ ਬਾਈ ਐਪਸਾਈਲਨ ਨੋਟ ਇਨਟੂ ਦੋਨੋਂ ਪਲੇਟਸ ਦੇ ਵਿਚਕਾਰ ਡਿਸਟੈਂਸ ਕਿੰਨਾ ਹੈਗਾ ਆਪਣੇ ਕੋਲ d। ਸੋ ਇਹ ਕੀ ਆ ਗਿਆ ਆਪਣੇ ਕੋਲ ਪੋਟੈਂਸ਼ੀਅਲ ਆ ਗਈ। ਕਲੀਅਰ ਹੋ ਗਿਆ। ਸੋ ਦੋਨੋਂ ਵੈਲਿਊਜ਼ ਚਾਰਜ ਐਂਡ ਪੋਟੈਂਸ਼ੀਅਲ ਦੀਆਂ ਵੈਲਿਊਜ਼ ਮੈਂ ਕੀ ਕਰਦਾ, ਆ ਜੋ ਆਪਣੀ ਜਿਹੜੀ ਹੈਗੀ ਹੈ ਕਪੈਸਿਟੈਂਸ ਦਾ ਫਾਰਮੂਲਾ ਹੈਗਾ ਉਹਦੇ ਵਿੱਚ ਕੀ ਕਰਦੇ ਨੇ ਆਪਾਂ ਪੁੱਟ ਕਰਦੇ ਨੇ। ਸੋ ਦਿਸ ਇੰਪਲਾਈਜ਼ ਕਪੈਸਿਟੈਂਸ ਇਜ਼ ਇਕਲ ਟੂ ਕਿਉਂਕਿ ਚਾਰਜ ਆਪਣੇ ਕੋਲ ਕਿਹਦੇ ਇਕੁਅਲ ਹੈਗਾ ਸਿਗਮਾ ਇਨਟੂ ਏਰੀਆ ਆਫ ਪਲੇਟ ਅਪੋਨ ਪੋਟੈਂਸ਼ੀਅਲ। ਪੋਟੈਂਸ਼ੀਅਲ ਕਿੰਨੀ ਹੈਗੀ ਆਪਣੇ ਕੋਲ ਸਿਗਮਾ ਇਨਟੂ ਕੀ ਸੀਗਾ d ਅਪੋਨ ਐਪਸਾਈਲਨ ਨੋਟ। ਐਪਸਾਈਲਨ ਨੋਟ ਕੀ ਚਲਾ ਜਾਊਗਾ ਆਪਣੇ ਕੋਲ ਉੱਪਰ ਚਲਾ ਜਾਊਗਾ, ਸਿਗਮਾ ਨਾਲ ਸਿਗਮਾ ਕੱਟ ਗਿਆ। ਸੋ ਕਪੈਸਿਟੈਂਸ ਇਜ਼ ਇਕਲ ਟੂ ਕੀ ਆ ਗਿਆ ਆਪਣੇ ਕੋਲ ਇਹ ਐਪਸਾਈਲਨ ਨੋਟ ਅਪੋਨ ਕੀ ਆ ਗਿਆ ਆਪਣਾ d। ਸੋ ਇਹ ਕੀ ਆ ਗਿਆ ਆਪਣੇ ਕੋਲ ਕਪੈਸਿਟੈਂਸ ਆ ਗਈ ਕਿਹਦੀ ਪੈਰਲਲ ਪਲੇਟ ਕਪੈਸਿਟਰ ਦੀ। ਨਾਓ ਇਹਦੇ ਵਿੱਚ ਤਿੰਨ ਚੀਜ਼ਾਂ ਆਪਣੇ ਕੋਲ, ਕਪੈਸਿਟੈਂਸ ਕੀ ਹੁੰਦੀ ਹੈ ਆਪਣੇ ਕੋਲ ਡਾਇਰੈਕਟਲੀ ਪ੍ਰਪੋਰਸ਼ਨ ਹੁੰਦੀ ਹੈ ਕਿਹਦੇ ਏਰੀਆ ਆਫ ਪਲੇਟ ਦੇ। ਜਿੰਨਾ ਜ਼ਿਆਦਾ ਏਰੀਆ ਹੋਊਗਾ ਪਲੇਟ ਦਾ ਕਪੈਸਿਟੈਂਸ ਕੀ ਹੋਊਗੀ ਆਪਣੇ ਕੋਲ ਉਨੀ ਜ਼ਿਆਦਾ ਹੋਊਗੀ। ਦੂਸਰੀ ਚੀਜ਼ ਜਿਹੜੀ ਇਹ ਤੋਂ ਕਲੀਅਰ ਹੋ ਰਹੀ ਹੈ ਉਹ ਕੀ ਹੋ ਰਹੀ ਹੈ ਕਪੈਸਿਟੈਂਸ ਇਨਵਰਸਲੀ ਪ੍ਰਪੋਰਸ਼ਨ ਹੈਗੀ ਹੈ ਕਿਹਦੇ ਡਿਸਟੈਂਸ ਬਿਟਵੀਨ ਪਲੇਟਸ ਤੇ। ਮਤਲਬ ਡਿਸਟੈਂਸ ਜਿੰਨਾ ਜ਼ਿਆਦਾ ਹੋਊਗਾ ਕਪੈਸਿਟੈਂਸ ਉਨੀ ਕੀ ਹੋਊਗੀ ਆਪਣੇ ਕੋਲ ਘੱਟ ਹੋਊਗੀ। ਅਗਰ ਡਿਸਟੈਂਸ ਆਪਣੇ ਕੋਲ ਘੱਟ ਹੋਊਗਾ ਕਪੈਸਿਟੈਂਸ ਕੀ ਹੋਊਗੀ ਜ਼ਿਆਦਾ ਹੋਊਗੀ। ਥਰਡ ਚੀਜ਼ ਦੇਖੋ ਇਹਦੇ ਵਿੱਚ ਕੀ ਹੋਊਗੀ ਆਪਣੇ ਕੋਲ, ਅਗਰ ਮੈਂ ਕੀ ਕਰਾਂ ਕਪੈਸਿਟੈਂਸ ਜਿਹੜੀ ਹੈਗੀ ਕਿਸੇ ਮੀਡੀਅਮ ਦੀ ਆਪਣੇ ਕੋਲ ਆਪਾਂ ਕੈਲਕੂਲੇਟ ਕਰਨੀ ਹੋ, ਦੈਨ ਇੱਥੇ ਆਪਣੇ ਕੋਲ ਕੀ ਸੀਗਾ ਐਪਸਾਈਲਨ ਨੋਟ ਲਿਆ ਸੀਗਾ ਆਪਾਂ। ਐਪਸਾਈਲਨ ਨੋਟ ਕੀ ਹੁੰਦਾ ਆਪਣੇ ਕੋਲ ਐਬਸੋਲੂਟ ਪਰਮਿਟਿਵਿਟੀ ਆ ਜਾਂਦੀ ਹੈ ਫ੍ਰੀ ਸਪੇਸ ਵਾਸਤੇ। ਹੁਣ ਅਗਰ ਮੈਂ ਜਿਹੜਾ ਹੈਗਾ ਮੀਡੀਅਮ ਵਾਸਤੇ ਗੱਲ ਕਰਾਂ ਦੈਨ ਇੱਥੇ ਆਪਣੇ ਕੋਲ ਕੀ ਆ ਜਾਊਗਾ ਮੀਡੀਅਮ ਅਪੋਨ ਕੀ ਹੋਊਗਾ ਆਪਣੇ ਕੋਲ d। ਇਹ ਕੀ ਆ ਗਿਆ ਆਪਣੇ ਕੋਲ ਪਰਮਿਟਿਵਿਟੀ ਆ ਗਈ। ਪਰਮਿਟਿਵਿਟੀ ਕਿਹਦੇ ਵਿੱਚ ਆਪਣੇ ਕੋਲ ਮੀਡੀਅਮ ਦੇ ਵਿੱਚ ਕਿਸੇ ਵਿੱਚ। ਕਲੀਅਰ ਹੋ ਗਿਆ। ਨਾਓ ਅਗਰ ਤੁਹਾਨੂੰ ਯਾਦ ਆ ਆਪਣੇ ਰਿਲੇਟਿਵ ਪਰਮਿਟਿਵਿਟੀ ਪੜ੍ਹਦੇ ਨੇ, ਸੋ ਰਿਲੇਟਿਵ ਪਰਮਿਟਿਵਿਟੀ ਆਪਣੇ ਕੋਲ ਹੁੰਦੀ ਕਿਹਦੇ ਕੋਲ ਐਪਸਾਈਲਨ r ਇਜ਼ ਇਕਲ ਟੂ ਕੀ ਹੁੰਦਾ ਪਰਮਿਟਿਵਿਟੀ ਇਨ ਮੀਡੀਅਮ ਟੂ ਪਰਮਿਟਿਵਿਟੀ ਇਨ ਵੈਕਿਊਮ। ਹੁਣ ਆਪਾਂ ਨੂੰ ਕੀ ਚਾਹੀਦੀ ਹੈ ਪਰਮਿਟਿਵਿਟੀ ਇਨ ਮੀਡੀਅਮ। ਸੋ ਪਰਮਿਟਿਵਿਟੀ ਇਨ ਮੀਡੀਅਮ ਕਿਹਦੇ ਕੋਲ ਆ ਜਾਊਗੀ ਆਪਣੇ ਕੋਲ ਰਿਲੇਟਿਵ ਪਰਮਿਟਿਵਿਟੀ ਇਨਟੂ ਕੀ ਆ ਜਾਊਗਾ ਆਪਣੇ ਕੋਲ ਐਬਸੋਲੂਟ ਪਰਮਿਟਿਵਿਟੀ। ਸੋ ਇੱਥੇ ਅਗਰ ਮੈਂ ਵੈਲਿਊ ਕੀ ਕਰਾਂ ਪੁੱਟ ਕਰਾਂ ਸੋ ਕੀ ਆ ਜਾਊਗਾ ਪਰਮਿਟਿਵਿਟੀ ਇਨ ਮੀਡੀਅਮ ਦੀ ਜਗ੍ਹਾ ਤੇ ਕੀ ਆ ਜਾਏਗਾ ਆਪਣੇ ਕੋਲ ਰਿਲੇਟਿਵ ਪਰਮਿਟਿਵਿਟੀ ਇਨਟੂ ਕੀ ਆ ਗਿਆ ਐਬਸੋਲੂਟ ਪਰਮਿਟਿਵਿਟੀ ਅਪੋਨ ਕੀ ਆ ਗਿਆ ਆਪਣੇ ਕੋਲ ਡਿਸਟੈਂਸ d, ਡਿਸਟੈਂਸ ਬਿਟਵੀਨ ਪਲੇਟਸ। ਇਹ ਕੀ ਆ ਗਿਆ ਆਪਣੇ ਕੋਲ ਕਪੈਸਿਟੈਂਸ ਆ ਗਈ ਕਿਹਦੀ ਪੈਰਲਲ ਪਲੇਟ ਕਪੈਸਿਟਰ ਦੀ ਵਿਦ ਸਮ ਮੀਡੀਅਮ। ਮੀਡੀਅਮ ਕੋਈ ਵੀ ਹੋ ਸਕਦਾ ਆਪਣੇ ਕੋਲ ਡਾਈਲੈਕਟ੍ਰਿਕ ਸਲੈਬ ਵੀ ਹੋ ਸਕਦੀ ਹੈ ਜਾਂ ਆਪਣੇ ਕੋਲ ਕੀ ਹੈ ਕੋਈ ਕੰਡਕਟਿੰਗ ਪਲੇਟ ਹੋ ਸਕਦੀ ਹੈ। ਸੋ ਦੇਖੋ ਨਾਓ ਇਹ ਐਪਸਾਈਲਨ ਨੋਟ ਅਪੋਨ d ਦੀ ਵੈਲਿਊ ਕੀ ਸੀਗੀ ਆਪਣੇ ਕੋਲ c। ਕਪੈਸਿਟਰ ਆਪਣੇ ਕੋਲ ਕਪੈਸਿਟੈਂਸ ਆਫ ਪੈਰਲਲ ਪਲੇਟ ਕਪੈਸਿਟਰ ਆਲਰੇਡੀ ਆਪਣੇ ਕੋਲ ਆਪਾਂ ਕੈਲਕੂਲੇਟ ਕਰ ਵੀ ਹੈ। ਸੋ ਦਿਸ ਇੰਪਲਾਈਜ਼ cm ਇਜ਼ ਇਕਲ ਟੂ ਕੀ ਆ ਗਿਆ ਆਪਣੇ ਕੋਲ ਰਿਲੇਟਿਵ ਪਰਮਿਟਿਵਿਟੀ ਇਨਟੂ ਕੀ ਆ ਗਿਆ ਆਪਣਾ c। ਸੋ
ਰਿਲੇਟਿਵ ਪਰਮਿਟਿਵਿਟੀ ਆਪਣੇ ਕੋਲ ਕੀ ਹੁੰਦੀ ਹੈ, ਡਾਇਲੈਕਟ੍ਰਿਕ ਕੌਂਸਟੈਂਟ ਵੀ ਹੁੰਦਾ, ਅੱਗੇ ਜਾ ਕੇ ਪੜੋਗੇ ਡਾਇਲੈਕਟ੍ਰਿਕ ਕੌਂਸਟੈਂਟ ਕੀ ਚੀਜ਼ ਹੁੰਦੀ ਹੈ। ਸੋ ਆਪਣੇ ਕੋਲ ਇਹਨੂੰ ਮੈਂ ਕੀ ਲਿਖ ਸਕਦਾ, CM ਇਜ਼ ਇਕਲ ਟੂ ਡਾਇਲੈਕਟ੍ਰਿਕ ਕੌਂਸਟੈਂਟ ਇਨਟੂ ਕੀ ਆ ਜਾਊਗਾ, ਆਪਣੇ ਕੋਲ C ਆ ਜਾਊਗਾ। ਮਤਲਬ ਅਗਰ ਆਪਣੇ ਕੋਲ ਇਹਦੇ ਵਿੱਚ ਆਪਾਂ ਕੀ ਕਰੀਏ, ਕੋਈ ਜਿਹੜੀ ਹੈਗੀ ਸਲੈਬ ਜਿਹੜੀ ਹੈਗੀ ਇੰਟਰੋਡਿਊਸ ਕਰ ਦਈਏ, ਜਿਵੇਂ ਡਾਇਲੈਕਟ੍ਰਿਕ ਸਲੈਬ ਹੋਗੀ ਜਾਂ ਕੋਈ ਕੰਡਕਟਿੰਗ ਸਲੈਬ ਹੋਊਗੀ, ਦੈਨ ਆਪਣੇ ਕੋਲ ਇਹਦੀ ਜਿਹੜੀ ਹੈਗੀ ਕਪੈਸਿਟੈਂਸ ਕੀ ਹੋ ਜਾਊਗੀ, ਹਮੇਸ਼ਾ ਇਨਕਰੀਜ਼ ਕਰ ਜਾਊਗੀ। ਕਿੰਨੀ ਇਨਕਰੀਜ਼ ਕਰ ਗਈ ਆਪਣੇ ਕੋਲ, K ਟਾਈਮਸ ਕੀ ਕਰ ਗਈ, ਇਨਕਰੀਜ਼ ਕਰ ਗਈ। ਦਿਸ ਇੰਪਲਾਈਜ਼ capacitance of parallel plate capacitor ਕੀ ਹੋ ਰਹੀ ਹੈ ਆਪਣੇ ਕੋਲ, increases upon introducing some medium। ਜਦੋਂ ਵੀ ਆਪਣੇ ਕੋਲ ਆਪਾਂ ਵਿਚਕਾਰ ਕੋਈ ਮੀਡੀਅਮ ਪਲੇਸ ਕਰ ਦਿੰਦੇ ਹਾਂ, ਹਮੇਸ਼ਾ ਪੈਰਲਲ ਪਲੇਟ ਕਪੈਸਿਟਰ ਦੀ ਕਪੈਸਿਟੈਂਸ ਕੀ ਹੋ ਜਾਂਦੀ ਹੈ, ਇਨਕਰੀਜ਼ ਹੋ ਜਾਂਦੀ। ਸੋ ਅੱਜ ਦੇ ਲੈਕਚਰ ਲਈ ਇਹ ਨਹੀਂ, ਥੈਂਕ ਯੂ।